ਅੱਜ ਦੇ ਸੈਸ਼ਨ ਦੇ ਵਿੱਚ ਆਪਾਂ ਡਿਸਕਸ ਕਰਨਾ ਆਇਲ ਸਪੀਕਿੰਗ ਪਾਰਟ 1 ਨੂੰ ਐਂਡ ਦ ਕੁਐਸਚਨ ਉਹਦੇ ਨਾਲ ਰਿਲੇਟਡ ਹੈਗੇ ਵਰਕ ਔਰ ਸਟੱਡੀ ਦੇ ਨਾਲ। ਇਹ ਜੋ ਕੁਐਸਚਨਸ ਆ ਹਰ ਕੈਂਡੀਡੇਟ ਨੂੰ ਪੁੱਛੇ ਜਾਂਦੇ ਆ ਉਹਨਾਂ ਦੇ ਆਇਲਸ ਐਗਜ਼ਾਮ ਦੇ ਵਿੱਚ। ਸੋ ਇਫ ਯੂ have little bit of knowledge ਕਿ ਇਹਨਾਂ ਦੇ ਆਨਸਰਸ ਕਿਵੇਂ ਕਰਨੇ ਆ, it becomes easier for you to take the test and develop your ideas. Okay, ਸੋ ਮੈਂ ਕੁਝ ਐਗਜ਼ਾਮਪਲਸ ਤੁਹਾਡੇ ਨਾਲ ਡਿਸਕਸ ਕਰਾਂਗੇ ਇਹਨਾਂ ਕੁਐਸਚਨਸ ਦੇ ਨਾਲ, ਜਿਹਦੇ ਨਾਲ ਤੁਹਾਨੂੰ ਪਤਾ ਲੱਗ ਜਾਊਗਾ ਕਿ ਆਨਸਰਸ ਤੇ ਆਈਡੀਆਜ਼ ਨੂੰ ਡਿਵੈਲਪ ਕਿਵੇਂ ਕਰਨਾ ਆ, ਬਿਕੋਜ਼ ਇਹ ਬਹੁਤ ਜ਼ਰੂਰੀ ਹੁੰਦਾ ਪਾਰਟ 1 ਸਪੀਕਿੰਗ ਦੇ ਉੱਤੇ। ਓਕੇ, ਸੋ ਸਭ ਤੋਂ ਪਹਿਲਾਂ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਲਿਸਟ ਆਫ ਕੁਐਸਚਨਸ ਜੋ ਆਪਾਂ ਅੱਜ ਡਿਸਕਸ ਕਰਨੇ ਆ। ਓਕੇ, ਫਰਸਟ ਮੈਂ ਡਿਸਕਸ ਕਰਨਾ ਉਹਨਾਂ ਵਾਸਤੇ ਜੋ ਵਰਕਿੰਗ ਪ੍ਰੋਫੈਸ਼ਨਲਸ ਆ ਉਹ ਕਿਵੇਂ ਆਨਸਰਸ ਕਰ ਸਕਦੇ ਇਸ ਪਾਰਟ ਦਾ, ਐਂਡ ਦੈਨ ਆਪਾਂ ਡਿਸਕਸ ਕਰਾਂਗੇ ਕਿ ਸਟੂਡੈਂਟਸ ਕਿਵੇਂ ਆਨਸਰ ਕਰ ਸਕਦੇ ਆ ਇਹ ਵਾਲੇ ਕੁਐਸਚਨਸ ਦਾ ਨਾਲ। ਓਕੇ, so let's discuss each question one by one. Okay, so first question that we have here is whether you are a working professional or a student, you will be asked this question. So the question would be, do you work or study? ਸੋ ਤੁਹਾਨੂੰ ਦੱਸਣਾ ਹੈ ਕਿ ਤੁਸੀਂ ਕੰਮ ਕਰਦੇ ਆ ਜਾਂ ਪੜ੍ਹਦੇ ਆ। ਆਬਵੀਅਸਲੀ ਤੁਸੀਂ ਜਾਂ ਤਾਂ ਕਹੋਗੇ ਕਿ ਮੈਂ ਵਰਕਿੰਗ ਪ੍ਰੋਫੈਸ਼ਨਲ ਆ ਜਾਂ ਕਹੋਗੇ ਮੈਂ ਸਟੂਡੈਂਟ ਆ, ਬਟ ਇੰਨਾ ਕੁ ਆਨਸਰ ਆਪਾਂ ਨਹੀਂ ਦੇ ਸਕਦੇ, ਆਪਾਂ ਨੂੰ ਆਈਡੀਆਜ਼ ਨੂੰ ਥੋੜਾ ਡਿਵੈਲਪ ਕਰਨ ਦੀ ਜ਼ਰੂਰਤ ਹੁੰਦੀ ਆ। ਸੋ ਲੈਟਸ ਲੁੱਕ ਐਟ ਦੀ ਆਨਸਰ ਹੀਅਰ। ਓਕੇ, ਸੋ ਜੇ ਤੁਸੀਂ ਕੰਮ ਕਰਦੇ ਆ ਤੁਸੀਂ ਕਹਿ ਸਕਦੇ ਆ ਆਈ ਐਮ ਅ ਵਰਕਿੰਗ ਪ੍ਰੋਫੈਸ਼ਨਲ ਐਂਡ ਆਈ ਹੈਵ ਬੀਨ ਵਰਕਿੰਗ ਐਜ਼, ਆਪਣੀ ਡੈਜ਼ਿਗਨੇਸ਼ਨ ਨੂੰ ਮੈਂਸ਼ਨ ਕਰੋ ਫॉर 4 ਇਅਰਸ, ਜਾਂ ਫਿਰ ਟਾਈਮ ਜੋ ਵੀ ਜਿੰਨੇ ਟਾਈਮ ਤੁਸੀਂ ਕੰਮ ਕਰ ਰਹੇ ਹੋ ਉਹ ਲਿਖ ਦੇਣਾ ਤੁਸੀਂ। ਓਕੇ, ਫॉर एग्जांपल I'm a working professional and I've been working as a teacher for 4 years now. Okay, ਕਿ ਮੈਂ ਇੱਕ working professional ਆ and ਮੈਨੂੰ 4 ਸਾਲ ਹੋ ਗਏ ਆ ਵਾਲੀ designation ਤੇ ਕੰਮ ਕਰਦੇ ਨੂੰ। Obviously ਆਪਣੇ years ਤੇ ਆਪਣੇ designation ਨੂੰ ਤੁਸੀਂ change ਕਰਨਾ accordingly, and ਇਸ ਤੋਂ ਜ਼ਿਆਦਾ ਇਹਦੀ length ਨੂੰ ਜ਼ਿਆਦਾ ਨਹੀਂ ਵਧਾਉਣਾ ਤੁਸੀਂ, because question ਨੇ ਸਿਰਫ ਇਹੀ ਪੁੱਛਿਆ do you work or study. Okay, now let's look at the next question. So next question is, did you have any difficulties getting your present job? So the question ਤੁਹਾਨੂੰ ਪੁੱਛ ਰਿਹਾ ਕਿ ਜੋ ਤੁਸੀਂ present ਦੇ ਵਿੱਚ job ਕਰ ਰਹੇ ਹੋ ਇਹਨੂੰ ਲੈਣ ਦੇ ਵਿੱਚ ਤੁਹਾਨੂੰ ਕੋਈ problem face ਕਰਨੀ ਪਈ? ਇਹਦਾ ਆਨਸਰ yes ਵੀ ਹੋ ਸਕਦਾ, no ਵੀ ਹੋ ਸਕਦਾ, ਤਾਂ ਇਸ ਕਰਕੇ ਮੈਂ ਇਹਦੇ ਦੋਨੋਂ ਤਰ੍ਹਾਂ ਦੇ ਹੀ ਆਨਸਰਸ ਤੁਹਾਡੇ ਲਈ ਪ੍ਰਪੇਅਰ ਕੀਤੇ ਆ। ਜੇ ਤੁਸੀਂ yes ਕਹਿਣਾ ਕਿਵੇਂ ਕਹਿ ਸਕਦੇ ਆ, ਜੇ ਤੁਸੀਂ no ਕਹਿਣਾ ਤਾਂ ਕਿਵੇਂ ਕਹਿ ਸਕਦੇ ਹੋ। ਆਬਵੀਅਸਲੀ ਆਪਣੇ ਪਰਸਨਲ ਐਕਸਪੀਰੀਅੰਸ ਨੂੰ ਤੁਸੀਂ ਹਮੇਸ਼ਾ ਵਿੱਚ ਐਡ ਕਰਨਾ ਹੈ। ਓਕੇ, ਸੋ ਜੇ ਤੁਸੀਂ ਕਹਿੰਦੇ ਕਿ no ਕੋਈ ਡਿਫਿਕਲਟੀ ਨਹੀਂ ਆਈ ਸੀ ਤਾਂ ਤੁਸੀਂ ਕਹਿ ਸਕਦੇ fortunately no, ਤੁਸੀਂ ਕਹਿ ਸਕਦੇ fortunately no, I consider myself lucky from this aspect because I got this job at my very first attempt or interview, and the credit for this goes to all the preparations I had done before applying for this position. Hence it wasn't as hard as it could have been. So ਤੁਸੀਂ ਸਿਰਫ ਇਹ ਕਹਿ ਰਹੇ ਹੋ ਕਿ ਖੁਸ਼ਕਿਸਮਤੀ ਦੇ ਨਾਲ ਮੈਨੂੰ ਇਦਾਂ ਦਾ ਕੁਝ ਪ੍ਰੋਬਲਮ ਦਾ ਫੇਸ ਨਹੀਂ ਕਰਨੀ ਪਈ, ਐਂਡ ਮੈਂ ਇਸ ਕਰਕੇ ਆਪਣੇ ਆਪ ਨੂੰ ਲੱਕੀ ਵੀ ਮਹਿਸੂਸ ਕਰਦਾ ਹਾਂ ਬਿਕੋਜ਼ ਮੈਂ ਪਹਿਲੇ ਹੀ ਲਾਈਕ ਇੰਟਰਵਿਊ ਦੇ ਵਿੱਚ ਪਹਿਲੀ ਹੀ ਵਾਰ ਦੇ ਵਿੱਚ ਇਹ ਜੌਬ ਹਾਸਿਲ ਕਰ ਲਈ ਸੀ, ਐਂਡ ਇਸ ਚੀਜ਼ ਦਾ ਮੈਂ ਜੋ ਮੇਨ ਜੋ ਕ੍ਰੈਡਿਟ ਆ ਆਪਣੀ ਜੋ ਮੈਂ ਪ੍ਰੈਪਰੇਸ਼ਨਸ ਕੀਤੀਆਂ ਸੀ ਉਹਨੂੰ ਦੇ ਰਿਹਾ ਹਾਂ, ਐਂਡ ਇਸ ਕਰਕੇ ਜੋ ਮੈਂ ਆਲਰੇਡੀ ਪ੍ਰੈਪਰੇਸ਼ਨਸ ਕੀਤੀਆਂ ਸੀ ਇਸ ਕਰਕੇ ਮੈਨੂੰ ਇੰਨੀ ਮਿਹਨਤ ਨਹੀਂ ਕਰਨੀ ਪਈ ਜਿੰਨੀ ਮੈਨੂੰ ਕਰਨੀ ਪੈ ਸਕਦੀ ਸੀ। ਓਕੇ, ਜੇ ਤੁਸੀਂ ਕਹਿਣਾ ਕਿ ਹਾਂਜੀ ਬਹੁਤ ਸਾਰੀਆਂ ਡਿਫਿਕਲਟੀਜ਼ ਸੀਗੀਆਂ, then you can answer something like this. Well, yes, the market is quite saturated in my field of work, so I had to put many efforts and even had to face rejection. Eventually, I was able to secure this position with my hard work, so it was a bit hard journey for me. So ਤੁਸੀਂ ਸਿੰਪਲ ਕਹਿ ਰਹੇ ਹੋ ਕਿ ਜਿਹੜੇ ਕੰਮ ਦੇ ਵਿੱਚ ਆ ਮੈਂ ਜਿਹੜੀ ਫੀਲਡ ਵਿੱਚ ਆ ਉਹਦੇ ਵਿੱਚ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ। ਸੋ ਸੈਚੂਰੇਟਡ ਮਤਲਬ ਕੰਪੀਟੀਸ਼ਨ ਆ, ਇਸ ਕਰਕੇ ਮੈਨੂੰ ਕਾਫੀ ਐਫਰਟਸ ਕਰਨੇ ਪਏ ਤੇ ਰਿਜੈਕਸ਼ਨ ਵੀ ਫੇਸ ਕਰਨਾ ਪਿਆ, ਪਰ ਮੈਨੂੰ ਇਵੈਂਚੁਅਲੀ ਜੋ ਕੀ ਆ ਇਹ ਜੌਬ ਮਿਲ ਗਈ ਬਹੁਤ ਸਾਰੀ ਹਾਰਡ ਵਰਕ ਦੇ ਬਾਅਦ, ਤੇ ਮੇਰੀ ਕਾਫੀ ਇਹ ਜਰਨੀ ਡਿਫਿਕਲਟ ਸੀ। ਓਕੇ, ਐਂਡ ਤੁਸੀਂ ਹਮੇਸ਼ਾ ਆਪਣਾ ਪਰਸਨਲ ਐਕਸਪੀਰੀਅੰਸ ਇਹਦੇ ਵਿੱਚ ਐਡ ਕਰ ਸਕਦੇ ਆ ਜਦੋਂ ਤੁਸੀਂ ਕੁਐਸਚਨਸ ਨੂੰ ਜਦੋਂ ਤੁਸੀਂ ਕੁਐਸਚਨ ਨੂੰ ਆਨਸਰ ਕਰਦੇ ਆ। ਓਕੇ, ਓਕੇ, ਸੋ ਦ ਨੈਕਸਟ ਕੁਐਸਚਨ ਹੀਅਰ ਇਜ਼ which part of your job is exciting? So the answer here could be, I would say that I get to communicate with different people from different industries is something that I really find fascinating, as I get to learn a lot from such interactions, which is quite helpful in enhancing my experience as well as my communication skills. So here ਤੁਸੀਂ ਸਿੰਪਲ ਕਹਿ ਰਹੇ ਹੋ ਕਿ ਮੈਨੂੰ ਇਸ ਚੀਜ਼ ਦੇ ਵਿੱਚ ਮੈਂ ਜੋ ਕੀ ਆ ਕਿ ਜੋ ਮੈਨੂੰ ਲੋਕਾਂ ਦੇ ਨਾਲ ਕਮਿਊਨੀਕੇਟ ਕਰਨ ਦਾ ਮੌਕਾ ਮਿਲਦਾ ਆ ਬਹੁਤ ਡਿਫਰੈਂਟ ਇੰਡਸਟਰੀਜ਼ ਦੇ ਵਿੱਚੋਂ, ਇਹ ਚੀਜ਼ ਜੋ ਮੈਨੂੰ ਬਹੁਤ ਜ਼ਿਆਦਾ ਇੰਟਰਸਟਿੰਗ ਲੱਗਦੀ ਆ,
ਤੇ ਮੈਨੂੰ ਨਾ ਬਹੁਤ ਇਹ ਜੋ ਇੰਟਰੈਕਸ਼ਨਸ ਮੈਂ ਕਰਦਾ ਡਿਫਰੈਂਟ ਲੋਕਾਂ ਦੇ ਨਾਲ, ਉਹਦੇ ਨਾਲ ਮੈਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਆ, ਜੋ ਮੇਰੇ ਐਕਸਪੀਰੀਅੰਸ ਨੂੰ ਵੀ ਇਨਹੈਂਸ ਕਰਦੇ ਤੇ ਮੇਰੇ ਕਮਿਊਨੀਕੇਸ਼ਨ ਸਕਿੱਲਸ ਨੂੰ ਵੀ। ਓਕੇ, ਕੋਈ ਵੀ ਆਪਣੀ ਜੌਬ ਦੇ ਬਾਰੇ ਤੁਸੀਂ ਗੱਲ ਕਰ ਸਕਦੇ ਕਿ ਆਹ ਵਾਲੀ ਜੋ ਮੇਰੀ ਜੌਬ ਦੇ ਵਿੱਚ ਇੱਕ ਚੀਜ਼ ਆ ਜੋ ਮੈਨੂੰ ਬਹੁਤ ਪਸੰਦ ਆ। ਓਕੇ, ਕਮਿਊਨੀਕੇਸ਼ਨ ਸਕਿੱਲਸ ਵੀ ਹੋ ਸਕਦੇ, ਕਮਿਊਨੀਕੇਟ ਕਰਨਾ ਦੂਸਰੇ ਲੋਕਾਂ ਨੂੰ ਵੀ ਹੋ ਸਕਦਾ, ਜੋ ਵਰਕਿੰਗ ਇਨਵਾਇਰਨਮੈਂਟ ਆ, ਕੋਈ ਹੋਰ ਡਿਊਟੀ ਵੀ ਹੋ ਸਕਦੀ ਆ। Okay, so the next question is, which is more important, your job or the people you work with? Okay, so the answer is, for me, it is the amalgamation of both. I cannot expect myself working at a place where I have great designation but unsupportive colleagues. So both are a part and parcel of any career for a healthy working environment, which is absolutely necessary for me. So ਤੁਸੀਂ ਸਿੰਪਲ ਇਹ ਕਹਿੰਦੇ ਕਿ ਮੇਰੇ ਲਈ ਦੋਨਾਂ ਦਾ ਹੋਣਾ ਜ਼ਰੂਰੀ ਹੈ। ਸੋ ਅਮੈਲਗਮੇਸ਼ਨ ਦਾ ਮਤਲਬ ਹੁੰਦਾ ਮਿਕਸ, ਦੋਨਾਂ ਦਾ ਮਿਕਸ ਹੋਣਾ ਜ਼ਰੂਰੀ ਆ, ਕਿ ਮੈਂ ਇਹ ਕਦੇ ਆਪਣੇ ਆਪ ਨੂੰ ਐਕਸਪੈਕਟ ਨਹੀਂ ਕਰ ਸਕਦਾ ਕਿ ਮੈਂ ਉਸ ਜਗ੍ਹਾ ਦੇ ਉੱਤੇ ਕੰਮ ਕਰ ਰਿਹਾ ਕਿ ਜਿੱਥੇ ਮੇਰੀ ਡੈਜ਼ਿਗਨੇਸ਼ਨ ਵਧੀਆ ਆ, ਬਟ ਮੇਰੇ ਜੋ ਨਾਲ ਕੰਮ ਕਰਨ ਵਾਲੇ ਜੋ ਕਿ ਕਲੀਗਸ ਕਹਿੰਦੇ ਆਪਾਂ ਉਹਨਾਂ ਨੂੰ, ਉਹ ਜ਼ਿਆਦਾ ਸਪੋਰਟਿਵ ਨਹੀਂ ਆ। ਇਸ ਕਰਕੇ ਦੋਨੋਂ ਹੀ ਬਹੁਤ ਜ਼ਰੂਰੀ ਹਿੱਸਾ ਹੁੰਦੇ ਕਰੀਅਰ ਦਾ, ਇੱਕ ਹੈਲਦੀ এনवायरमेंट ਦਾ, ਜੋ ਮੇਰੇ ਲਈ ਬਹੁਤ ਜ਼ਰੂਰੀ ਆ। ਓਕੇ, ਸੋ ਐਦਾਂ ਤੁਸੀਂ ਆਨਸਰ ਕਰ ਸਕਦੇ ਇਸ ਕੁਐਸਚਨ ਦਾ। Okay, so the next question that we have here is, and would you like to change your job? Okay, so you can answer anything. Okay, yes or no. Nobody is going to judge you. Okay, ਇੱਥੇ ਤੁਹਾਨੂੰ ਕੋਈ ਜੱਜ ਨਹੀਂ ਕਦੇ ਕਰ ਸਕਦਾ ਹੁੰਦਾ, because first part is totally yours. ਤੁਸੀਂ ਕਹਿ ਸਕਦੇ ਹਾਂਜੀ ਮੈਂ ਕਰਨਾ ਚਾਹੁੰਦਾ ਜਾਂ ਨਹੀਂ ਮੈਂ ਨਹੀਂ ਕਰਨਾ ਚਾਹੁੰਦਾ। Okay, okay, currently I have no such plan. Going forward, since I do expect to grow in my professional life, if I got a promising opportunity, I would most definitely grab it, but now I am pretty satisfied with my job. So ਤੁਸੀਂ ਸਿੰਪਲ ਕਹਿ ਰਹੇ ਹੋ ਕਿ ਨਹੀਂ ਹੱਲੇ ਮੇਰਾ ਕੋਈ ਪਲਾਨ ਨਹੀਂਗਾ ਫਿਊਚਰ ਦੇ ਵਿੱਚ, ਗੋਇੰਗ ਫਾਰਵਰਡ ਮੀਨਸ ਫਿਊਚਰ ਦੇ ਵਿੱਚ, ਕਿ ਮੈਂ ਐਕਸਪੈਕਟ ਕਰਦਾ ਹਾਂ ਕਿ ਮੈਂ ਪ੍ਰੋਫੈਸ਼ਨਲੀ ਗਰੋ ਕਰਨਾ ਹੈ। ਜੇ ਮੈਨੂੰ ਕੋਈ ਅਪੋਰਚੁਨਿਟੀ ਮਿਲੀ ਵਧੀਆ ਵਾਲੀ ਤਾਂ ਮੈਂ ਉਹਨੂੰ ਪੱਕਾ ਉਸ ਚੀਜ਼ ਨੂੰ ਉਹਦੇ ਪਿੱਛੇ ਜਾਊਂਗਾ। ਰਾਈਟ ਨਾਓ ਮੈਂ ਸੈਟਿਸਫਾਈਡ ਆਪਣੇ ਕੰਮ ਨਾਲ। ਓਕੇ, ਕੁਛ ਵੀ ਕਹਿ ਸਕਦੇ, ਤੁਸੀਂ ਇਹ ਵੀ ਕਹਿ ਸਕਦੇ ਕਿ ਨਹੀਂ ਮੈਂ ਜੋ ਕਿ ਚੇਂਜ ਕਰਨਾ ਚਾਹੁੰਦਾ ਬਿਕੋਜ਼ ਆਹ ਵਾਲੇ ਰੀਜ਼ਨ ਦੇ ਕਰਕੇ। ਰੀਜ਼ਨ ਦੇਣਾ ਬਹੁਤ ਜ਼ਰੂਰੀ ਹੁੰਦਾ ਪਾਰਟ 1 ਸਪੀਕਿੰਗ ਚ। ਓਕੇ, okay, so now let's discuss the questions for the students. So students ਨੂੰ ਵੀ same question ਹੀ ਸਭ ਤੋਂ ਪਹਿਲਾਂ ਪੁੱਛਿਆ ਜਾਂਦਾ ਹੈ, do you work or study, and then ਤੁਸੀਂ ਆਨਸਰ ਕਰਦੇ ਆ ਕਿ ਤੁਸੀਂ ਜੋ ਕਿ ਆ ਸਟੂਡੈਂਟ ਆ। ਸੋ ਤੁਸੀਂ ਆਨਸਰ ਕਰ ਸਕਦੇ ਕੁਝ ਇਸ ਤਰ੍ਹਾਂ, I am currently a student. I have just completed bachelor's degree from XYZ college. Okay, so ਤੁਸੀਂ ਕਹਿ ਰਹੇ ਹੋ ਕਿ ਮੈਂ ਸਟੂਡੈਂਟ ਆ ਤੇ ਮੈਂ ਹਜੇ ਆਹ ਵਾਲੀ ਕੰਪਲੀਟ ਡਿਗਰੀ ਕੀਤੀ ਆ। ਐਂਡ ਤੁਸੀਂ ਕੋਈ ਵੀ ਐਜੂਕੇਸ਼ਨ ਲਿਖ ਸਕਦੇ ਹੋ, ਸੀਨੀਅਰ ਸੈਕੰਡਰੀ ਲਿਖ ਸਕਦੇ ਹੋ, ਕੋਈ ਵੀ ਕਾਲਜ ਆਪਣੀ ਯੂਨੀਵਰਸਿਟੀ ਦਾ ਨਾਮ ਲਿਖ ਸਕਦੇ ਹੋ, ਸਕੂਲ ਦਾ ਨਾਮ ਲਿਖ ਸਕਦੇ ਹੋ। ਓਕੇ, ਐਂਡ ਜੇ ਤੁਸੀਂ ਹੱਲੇ ਵੀ ਪੜ੍ਹ ਰਹੇ ਹੋ ਤਾਂ ਤੁਸੀਂ ਉਹ ਵੀ ਲਿਖ ਰਹੇ ਹੋ ਕਿ ਆਈ ਐਮ ਡੂਇੰਗ ਦਿਸ ਪਾਰਟਿਕੂਲਰ ਫੀਲਡ ਆਫ ਸਟੱਡੀ ਆ ਵਾਲੇ ਕਾਲਜ ਤੋਂ, ਓਕੇ, ਜਾਂ ਸਕੂਲ ਤੋਂ। ਇਹ ਵੀ ਤੁਸੀਂ ਆਨਸਰ ਕਰ ਸਕਦੇ ਹੋ। ਓਕੇ, ਓਕੇ, ਸੋ ਇਸ ਤੋਂ ਜ਼ਿਆਦਾ ਤੁਹਾਨੂੰ ਇਨਕਰੀਜ਼ ਕਰਨ ਦੀ ਜ਼ਰੂਰਤ ਨਹੀਂ ਹੈ ਆਨਸਰ ਦੀ ਲੈਂਥ ਨੂੰ, ਬਿਕੋਜ਼ ਸਿੰਪਲੀ ਕੁਐਸਚਨ ਇਹੀ ਪੁੱਛਦਾ ਡੂ ਯੂ ਵਰਕ ਔਰ ਸਟੱਡੀ। ਇਹਦੇ ਵਿੱਚ ਜ਼ਿਆਦਾ ਆਪਾਂ ਨੂੰ ਆਨਸਰ ਦੇ ਵਿੱਚ ਕੰਟੈਂਟ ਦੇਣ ਦੀ ਬਿਲਕੁਲ ਜ਼ਰੂਰਤ ਨਹੀਂ ਆ। ਓਕੇ, ਸੋ ਨੈਕਸਟ ਕੁਐਸਚਨ ਹੈਗਾ ਆ ਆਪਣੇ ਕੋਲ, what subjects are you studying? So let's see how you can answer that. Okay, I am studying computer science. ਤੁਸੀਂ ਕੋਈ ਵੀ subject mention ਕਰ ਸਕਦੇ according to your qualification. Okay, as I have been interested in computer technology and new discoveries in science, so I opted for this field of education. Okay, ਕਿ ਮੈਂ computer science ਪੜ੍ਹ ਰਹੀ ਹਾਂ ਤੇ ਮੇਰਾ ਕਿਉਂਕਿ ਹਮੇਸ਼ਾ ਕੰਪਿਊਟਰ ਟੈਕਨੋਲੋਜੀ 'ਚ ਇੰਟਰਸਟ ਰਿਹਾ ਆ, ਡਿਸਕਵਰੀਜ਼ 'ਚ ਇੰਟਰਸਟ ਰਿਹਾ ਸਾਇੰਸ ਦਾ, ਤਾਂ ਕਰਕੇ ਮੈਂ ਜੋ ਇਹ ਵਾਲੀ ਐਜੂਕੇਸ਼ਨ ਚੁਣੀ ਆ। ਤੁਸੀਂ ਕੋਈ ਵੀ ਸਬਜੈਕਟ, ਤੁਸੀਂ ਆਰਟਸ ਲਿਖ ਸਕਦੇ ਆ, ਸਾਇੰਸ ਲਿਖ ਸਕਦੇ ਆ, ਤੁਸੀਂ ਬਿਜ਼ਨਸ ਲਿਖ ਸਕਦੇ ਆ, ਤੁਸੀਂ ਕਾਮਰਸ ਲਿਖ ਸਕਦੇ ਆ, ਐਨੀਥਿੰਗ, ਤੇ ਉਹਦੇ ਵਿੱਚ ਦੱਸ ਦਿਓ ਕਿ ਆਹ ਵਾਲੇ ਕਾਰਨ ਕਰਕੇ। ਮੈਨੂੰ ਫॉर एग्जांपल ਕਿ ਜੋ ਬਿਜ਼ਨਸ ਮੈਂ ਸਟੱਡੀ ਕਰ ਰਿਹਾ ਆ, ਐਂਡ ਆਈ ਹੈਵ ਆਲਵੇਜ਼ ਬੀਨ ਇੰਟਰਸਟਡ ਇਨ ਐਸਟੈਬਲਿਸ਼ਿੰਗ new businesses, and when I see other people doing great in their business, I always get intrigued, and that's why I chose this field of education. Anything doesn't matter, just reason dena zaruri hai. Okay, okay, so the next question here is, what is the most interesting part of your subject? ਤੁਹਾਨੂੰ ਆਪਣੇ ਸਬਜੈਕਟ ਦੇ ਵਿੱਚ ਸਭ ਤੋਂ ਜ਼ਿਆਦਾ ਇੰਟਰਸਟਿੰਗ ਕਿਹੜਾ ਪਾਰਟ ਲੱਗਦਾ ਆ? Okay, I must say the programming and the coding. The idea of developing
a software or an app is really intriguing to me. All this fascinates me to study more, which eventually keeps me motivated. So ਤੁਸੀਂ ਕਹਿ ਰਹੇ ਹੋ ਕਿ ਕਰਕੇ ਆਪਾਂ ਪਹਿਲਾਂ ਮੈਂਸ਼ਨ ਕੀਤਾ ਸੀ ਕੰਪਿਊਟਰ ਸਾਇੰਸ, ਰਾਈਟ? ਸੋ ਪ੍ਰੋਗਰਾਮਿੰਗ ਐਂਡ ਕੋਡਿੰਗ ਮੈਨੂੰ ਬਹੁਤ ਇੰਟਰਸਟਿੰਗ ਲੱਗਦੇ ਆ, ਕਿ ਮੈਨੂੰ ਇਹ ਚੀਜ਼ ਬਹੁਤ ਵਧੀਆ ਲੱਗਦੀ ਕਿ ਆਪਾਂ ਇੱਕ ਸੌਫਟਵੇਅਰ ਜਾਂ ਫਿਰ ਐਪ ਨੂੰ ਬਣਾ ਸਕਦੇ ਹਾਂ। ਇਹ ਚੀਜ਼ ਬਹੁਤ ਮੈਨੂੰ ਫੈਸੀਨੇਟ ਕਰਦੀ ਆ, ਤੇ ਇਸ ਕਰਕੇ ਹੀ ਮੈਨੂੰ ਮੋਟੀਵੇਸ਼ਨ ਵੀ ਮਿਲਦੀ ਹੈ ਸਟੱਡੀ ਨੂੰ ਕਰਨ ਦੀ। ਓਕੇ, ਬਿਕੋਜ਼ ਉਹਨਾਂ ਨੇ ਇੰਟਰਸਟਿੰਗ ਪਾਰਟ ਪੁੱਛਿਆ, ਤੁਹਾਡੀ ਸਟੱਡੀ ਦਾ ਸਭ ਤੋਂ ਇੰਟਰਸਟਿੰਗ ਪਾਰਟ ਕੀ ਆ। ਓਕੇ, okay, so the next question that you might be asked is, what do you plan to do when you finish studying? ਤੁਹਾਡਾ ਕੀ ਪਲਾਨ ਆ ਪੜ੍ਹਾਈ ਤੋਂ ਬਾਅਦ? Obviously ਆਪਾਂ directly ਨਹੀਂ ਕਹਿ ਦੇਣਾ ਮੈਂ ਕੰਮ ਕਰਨਾ ਚਾਹਨਾ ਜਾਂ ਚਾਹੁੰਦੀ ਆ। Okay, so you have to develop your idea, so you can answer something like this. Okay, even though I am focused more on my higher education, because ਤੁਸੀਂ academic IELTS ਦਾ test ਲੈ ਰਹੇ ਹੋ, so obviously ਤੁਸੀਂ ਪੜ੍ਹਾਈ ਹੀ continue ਕਰਨਾ ਚਾਹੁੰਦੇ। This is what I specifically mentioned here, ਕਿ right now ਜੋ ਕੀ ਆ ਮੈਂ ਆਪਣੀ higher education ਤੇ ਭਾਵੇਂ ਧਿਆਨ ਦੇ ਰਿਹਾ ਆ, I also keep mapping out some of the opportunities for the future. After completing my study, my goal is to start my career with a big organization instead of wasting my time figuring out what I want. So this is something that I have on my list. So this is something. ਸੋ ਹੇਅਰ ਤੁਸੀਂ ਸਿੰਪਲ ਕਹਿ ਰਹੇ ਹੋ ਕਿ ਚਾਹੇ ਮੈਂ ਜੋ ਆਪਣੀ ਮੇਰਾ ਧਿਆਨ ਹੈ ਇਸ ਟਾਈਮ ਆਪਣੀ ਹਾਇਰ ਐਜੂਕੇਸ਼ਨ ਤੇ ਆ, ਮੈਂ ਫਿਊਚਰ ਦੇ ਬਾਰੇ ਵੀ ਬਹੁਤ ਪਲਾਨ ਬਣਾਉਂਦਾ ਰਹਿਣਾ ਆ। ਸੋ ਮੈਪਿੰਗ ਆਊਟ ਮੀਨਸ ਤੁਸੀਂ ਪਲਾਨ ਬਣਾ ਰਹੇ ਹੋ, ਤੇ ਮੈਂ ਆਪਣੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਮੇਰਾ ਗੋਲ ਇਹੀ ਹੈ ਕਿ ਮੈਂ ਕਰੀਅਰ ਸਟਾਰਟ ਕਰਨਾ ਕਿਸੇ ਵੱਡੀ ਆਰਗੇਨਾਈਜੇਸ਼ਨ ਦੇ ਨਾਲ, ਆਪਣੇ ਜੋ ਟਾਈਮ ਵੇਸਟ ਕਰਨ ਦੀ ਬਜਾਏ। ਇਸ ਕਰਕੇ ਜੋ ਕੀ ਆ, ਇਹ ਮੇਰੀ ਲਿਸਟ ਦੇ ਉੱਤੇ ਸਭ ਤੋਂ ਉੱਪਰ ਚੀਜ਼ ਆ। ਕਿਹੜੀ ਚੀਜ਼? ਆਪਣੇ ਕਰੀਅਰ ਦੇ ਬਾਰੇ। ਓਕੇ, ਆਈਡੀਆਜ਼ ਨੂੰ ਡਿਵੈਲਪ ਕਰਨਾ ਇਹ ਬਹੁਤ ਜ਼ਰੂਰੀ ਹੁੰਦਾ ਪਾਰਟ 1 ਆਫ ਸਪੀਕਿੰਗ ਦੇ ਉੱਤੇ। ਓਕੇ, ਸੋ ਵੈਨ ਯੂ ਆਰ ਔਨ ਦਾ ਪਾਰਟ 1 ਆਫ ਸਪੀਕਿੰਗ, ਹਮੇਸ਼ਾ ਆਨਸਰ ਕਰੋ ਕੁਐਸਚਨ ਨੂੰ ਐਂਡ ਦੈਨ ਰੀਜ਼ਨ ਦੋ, ਆਪਣੇ ਐਕਸਟੈਂਡ ਕਰਦੇ ਜਦੋਂ ਆਈਡੀਆਜ਼ ਨੂੰ। we don't need very long answers, similarly we don't need very short answers, and always always ਇੱਕ sentence ਦੇ ਵਿੱਚ answer ਨਹੀਂ ਦੇਣਾ। okay, that is really important. I'll be coming up soon with another video. Keep preparing for your exam. Thank you.